ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਕਲਾਸ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 19ਵਾਂ ਪਾਠ ਬਾਬੇ ਪਕਨੇ ਦੀਆਂ ਪਿਆਰੀਆਂ ਗੱਲਾਂ। ਆਓ ਸ਼ੁਰੂ ਕਰਦੇ ਹਾਂ। ਬਾਬਾ ਸੋਹਣ ਸਿੰਘ ਪਖਨਾ ਦੀਆਂ ਕੁਝ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਬਾਬਾ ਸੋਹਣ ਸਿੰਘ ਪਖਨਾ ਇੱਕ ਮਹਾਨ ਯੋਗਾ ਤੇ ਪ੍ਰਸਿੱਧ ਦੇਸ਼ ਭਗਤ ਹੋਏ ਹਨ। ਆਪ ਅਮਰੀਕਾ ਵਾਸਤੇ ਭਾਰਤੀਆਂ ਵੱਲੋਂ ਬਣਾਈ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ। ਉਹਨਾਂ ਨੇ ਆਪਣੇ ਜੀਵਨ ਦੇ 26 ਸਾਲ ਅੰਗਰੇਜ਼ਾਂ ਦੀਆਂ ਜੇਲ੍ਹਾਂ ਵਿੱਚ ਬਿਤਾਏ ਤੇ ਇੱਥੇ ਦੱਸਿਆ ਗਿਆ ਹੈ ਬਾਬਾ ਸੋਹਣ ਸਿੰਘ ਬਾਰੇ ਜੋ ਬਹੁਤ ਮਾਣਯੋਗ ਹੈਗੇ ਨੇ ਤੇ ਵੱਡੇ ਦੇਸ਼ ਭਗਤ ਵੀ ਰਹੇ ਨੇ ਤੇ ਉਹਨਾਂ ਨੇ ਆਪਣੇ ਜੀਵਨ ਦੇ 26 ਸਾਲ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਕਰਦੇ ਕਰਦੇ ਜੇਲ੍ਹਾਂ ਵਿੱਚ ਬਿਤਾਈ ਹੈਗੀ ਹੈ ਤੇ ਆਪ ਅਮਰੀਕਾ ਵਾਸਤੇ ਭਾਰਤੀਆਂ ਵੱਲੋਂ ਜਿਹੜੀ ਗਦਰ ਪਾਰਟੀ ਬਣਾਈ ਗਈ ਸੀ ਉਸਦੇ ਪਹਿਲੇ ਪ੍ਰਧਾਨ ਵੀ ਰਹਿ ਚੁੱਕੇ ਨੇ। ਬਾਬਾ ਜੀ ਜਿੱਥੇ ਉੱਗੇ ਤੋਂ ਭਾਵ ਹੈ ਪ੍ਰਸਿੱਧ ਦੇਸ਼ ਭਗਤ ਸਨ, ਉੱਥੇ ਬੜੀ ਹੀ ਨਿੱਘੀ ਤੇ ਉੱਚੀ ਸ਼ਖਸੀਅਤ ਦੇ ਮਾਲਕ ਵੀ ਸਨ। ਸ਼ਖਸੀਅਤ ਦਾ ਮਤਲਬ ਹਸਤੀ ਸਨ। ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਝ ਘਟਨਾਵਾਂ ਇੱਥੇ ਦਿੱਤੀਆਂ ਜਾਂਦੀਆਂ ਹਨ ਤੇ ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਬਾਰੇ ਗੱਲ ਕਰਾਂਗੇ। ਕੈਦ ਕੱਟਣ ਪਿੱਛੋਂ ਆਪ ਪਿੰਡ ਹੀ ਰਹੇ। ਦੇਸ਼ ਭਗਤਾਂ ਦੇ ਬੱਚਿਆਂ ਨੂੰ ਪਾਲਣ ਪੋਸ਼ਣ ਲਈ ਉਹਨਾਂ ਨੇ ਕੀਰਤੀ ਕਿਸਾਨ ਆਸ਼ਰਮ ਖੋਲ ਲਿਆ। ਸਕੂਲ ਵਿੱਚ ਸਾਰੇ ਰਲ ਕੇ ਹੀ ਕੰਮ ਕਰਦੇ ਤੇ ਰਲ ਕੇ ਹੀ ਖਾਂਦੇ। ਉਹਨਾਂ ਨੇ ਬੱਚਿਆਂ ਦੇ ਸਕੂਲ ਲਈ ਆਪਣੀ 10 ਏਕੜ ਜ਼ਮੀਨ ਦੇ ਦਿੱਤੀ। ਫਿਰ ਹਜ਼ਾਰਾਂ ਰੁਪਏ ਇਕੱਠੇ ਕਰਕੇ ਆਪਣੇ ਪਿੰਡ ਵਿੱਚ ਸਕੂਲ ਦੀ ਉਸਾਰੀ ਕਰਵਾਈ। ਹੁਣ ਇੱਥੇ ਦੱਸਿਆ ਗਿਆ ਹੈ ਵੀ ਉਹਨਾਂ ਨੇ ਕੈਦ ਕੱਟਣ ਪਿੱਛੋਂ ਆਪਣਾ ਜੀਵਨ ਪਿੰਡ ਦੇ ਵਿੱਚ ਹੀ ਕੱਟਿਆ ਤੇ ਉੱਥੇ ਦੇਸ਼ ਭਗਤਾਂ ਦੇ ਬੱਚਿਆਂ ਦੀ ਦੇਖ ਰੇਖ ਕੀਤੀ, ਪਾਲਣ ਪੋਸ਼ਣ ਕੀਤਾ ਤੇ ਉਹਨਾਂ ਦੇ ਲਈ ਇੱਕ ਆਸ਼ਰਮ ਖੋਲਿਆ ਜਿਹਦਾ ਨਾਂ ਸੀ ਕੀਰਤੀ ਕਿਸਾਨ ਆਸ਼ਰਮ ਤੇ ਉੱਥੇ ਉਹਨਾਂ ਨੇ ਸਕੂਲ ਖੋਲਣ ਦੇ ਲਈ ਵੀ ਆਪਣੀ 10 ਏਕੜ ਜ਼ਮੀਨ ਦਾਅ ਤੇ ਲਾ ਦਿੱਤੀ, ਵੇਚ ਦਿੱਤੀ ਤੇ ਫਿਰ ਹਜ਼ਾਰਾਂ ਰੁਪਏ ਉਹਨਾਂ ਨੇ ਇਕੱਠੇ ਕਰਕੇ ਆਪਣੇ ਪਿੰਡ ਵਿੱਚ ਸਕੂਲ ਦੀ ਉਸਾਰੀ ਕਰਵਾਈ। ਅੱਗੇ ਵਧਦੇ ਹਾਂ। ਇੱਕ ਵਾਰ ਬਾਬਾ ਜੀ ਆਪਣੇ ਖੇਤਾਂ ਵੱਲ ਜਾ ਰਹੇ ਸਨ। ਆਪਣੇ ਕਮਾਦ ਦੇ ਖੇਤ ਨੇੜੇ ਉਹਨਾਂ ਨੇ ਕੁਝ ਬੱਚਿਆਂ ਦੀ ਗੱਲਬਾਤ ਸੁਣੀ। ਇਹ ਬੱਚੇ ਗੰਨੇ ਚੁੱਪਣ ਦੀਆਂ ਸਲਾਹਾਂ ਕਰ ਰਹੇ ਸਨ। ਇਹ ਬੱਚੇ ਬਾਬਾ ਜੀ ਦੇ ਬਣਾਏ ਸਕੂਲ ਵਿੱਚ ਪੜ੍ਹਦੇ ਸਨ। ਇੱਕ ਬੱਚੇ ਨੇ ਕਿਹਾ, ਏਦਾਂ ਚੋਰਿਓ ਗੰਨੇ ਪੁੱਟਣਾ ਠੀਕ ਨਹੀਂ, ਬਾਬਾ ਜੀ ਗੁੱਸੇ ਹੋਣਗੇ। ਬਾਕੀ ਬੱਚੇ ਵੀ ਉਸ ਦੀ ਗੱਲ ਮੰਨ ਗਏ। ਉਹ ਗੰਨੇ ਚੁੱਪੇ ਬਗੈਰ ਹੀ ਚਲੇ ਗਏ। ਅਗਲੇ ਦਿਨ ਬਾਬਾ ਜੀ ਨੇ ਪ੍ਰਾਰਥਨਾ ਵੇਲੇ ਪਹਿਲੇ ਦਿਨ ਦੀ ਘਟਨਾ ਸੁਣਾਈ। ਉਹਨਾਂ ਨੇ ਚੋਰਿਓ ਗੰਨੇ ਪੁੱਟਣ ਦੀ ਸਲਾਹ ਕਰਨ ਵਾਲੇ ਅਤੇ ਉਹਨਾਂ ਨੂੰ ਵਰਜਣ ਵਾਲੇ ਬੱਚਿਆਂ ਬਾਰੇ ਪੁੱਛਿਆ। ਉਹਨਾਂ ਬੱਚਿਆਂ ਦੇ ਖੜੇ ਹੋਣ ਤੇ ਬਾਬਾ ਜੀ ਬਹੁਤ ਖੁਸ਼ ਹੋਏ। ਤਦ ਉਹਨਾਂ ਨੇ ਕੇਵਲ ਉਹਨਾਂ ਬੱਚਿਆਂ ਨੂੰ ਹੀ ਨਹੀਂ ਸਗੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਕਮਾਦ ਦੇ ਖੇਤ ਵਿੱਚ ਜਾ ਕੇ ਗੰਨੇ ਚੁੱਪਣ ਲਈ ਕਿਹਾ। ਤੇ ਇੱਕ ਵਾਰ ਦੀ ਗੱਲ ਹੈ ਵੀ ਖੇਤ ਦੇ ਮੂਹਰੇ ਉਹਨਾਂ ਨੂੰ ਕੁਝ ਬੱਚੇ ਦਿਖਾਈ ਦਿੱਤੇ ਤੇ ਉਹ ਗੱਲਬਾਤ ਕਰ ਰਹੇ ਸਨ ਤੇ ਉਹ ਆਪਸ ਵਿੱਚ ਗੱਲਬਾਤ ਕਰ ਰਹੇ ਸੀ ਵੀ ਗੰਨੇ ਚੁੱਪਣ ਦਾ ਬਹੁਤ ਜੀ ਕਰ ਰਿਹਾ। ਤੇ ਉਦੋਂ ਹੀ ਇੱਕ ਬੱਚੇ ਨੇ ਕਿਹਾ ਵੀ ਏਦਾਂ ਚੋਰੀ ਕਰਕੇ ਗੰਨੇ ਚੁੱਪਣਾ ਵੱਡੀਆ ਗੱਲ ਨਹੀਂ ਹੈ, ਗਲਤ ਹੋਏਗੀ ਗੱਲ। ਤੇ ਸਾਰਿਆਂ ਨੇ ਉਹਦੀ ਗੱਲ ਦੇ ਵਿੱਚ ਹਾਮੀ ਭਰੀ ਤੇ ਉਹ ਉੱਥੋਂ ਚਲੇ ਗਏ ਬਿਨਾਂ ਗੰਨੇ ਚੁੱਪੇ। ਅਗਲੇ ਦਿਨ ਜਦ ਬਾਬਾ ਜੀ ਸਕੂਲ ਦੀ ਸਭਾ ਦੇ ਵਿੱਚ ਸ਼ਾਮਲ ਹੋਏ, ਉਹਨਾਂ ਨੇ ਇੱਕ ਘਟਨਾ ਉੱਥੇ ਸੁਣਾਈ ਤੇ ਉਹਨੇ ਬੱਚਿਆਂ ਬਾਰੇ ਪੁੱਛਿਆ। ਉਹ ਬੱਚੇ ਖੜੇ ਹੋ ਗਏ ਵੀ ਅਸੀਂ ਸੀ। ਤੇ ਉਸ ਤੋਂ ਬਾਅਦ ਨਾ ਕੇਵਲ ਉਹ ਬੱਚੇ ਬਲਕਿ ਸਾਰੇ ਬੱਚਿਆਂ ਨੂੰ ਉਹਨਾਂ ਨੇ ਕਮਾਦ ਦੇ ਖੇਤ ਵਿੱਚ ਭੇਜ ਕੇ ਗੰਨੇ ਚੁੱਪਣ ਦੀ ਇਜਾਜ਼ਤ ਦੇ ਦਿੱਤੀ। ਇੱਕ ਵਾਰ ਕਿਸੇ ਦੇਸ਼ ਦਾ ਰਾਜਦੂਤ ਬਾਬਾ ਜੀ ਦੇ ਆਸ਼ਰਮ ਵਿੱਚ ਉਹਨਾਂ ਨੂੰ ਮਿਲਣ ਆਇਆ। ਉਸਨੇ ਬਾਬਾ ਜੀ ਤੋਂ ਪੁੱਛਿਆ, ਬਾਬਾ ਜੀ ਤੁਹਾਡੀ ਸੰਤਾਨ? ਬਾਬਾ ਜੀ ਨੇ ਸਹਿਜ ਸੁਭਾਅ 300 ਕਹਿ ਦਿੱਤਾ। ਰਾਜਦੂਤ ਬੜਾ ਹੈਰਾਨ ਹੋਇਆ। ਉਸਦੇ ਦੁਬਾਰਾ ਪੁੱਛਣ ਤੇ ਬਾਬਾ ਜੀ ਨੇ ਸਾਹਮਣੇ ਸਕੂਲ ਵੱਲ ਇਸ਼ਾਰਾ ਕੀਤਾ। ਉਹਨਾਂ ਨੇ ਕਿਹਾ, ਉਹ ਸਾਹਮਣੇ ਸਕੂਲ ਵਿੱਚ ਪੜ੍ਹਦੇ ਹਨ ਮੇਰੇ 300 ਬੱਚੇ।
ਉਹ ਸਕੂਲ ਦੇ ਸਾਰੇ ਬੱਚਿਆਂ ਨੂੰ ਹੀ ਆਪਣੀ ਸੰਤਾਨ ਸਮਝਦੇ ਸਨ। ਤੇ ਇੱਕ ਵਾਰ ਦੀ ਗੱਲ ਹੈ, ਕਿਸੇ ਦੇਸ਼ ਦਾ ਰਾਜਦੂਤ, ਆਪਾਂ ਕਹਿ ਸਕਦੇ ਹਾਂ ਰਾਜਦੂਤ ਦਾ ਮਤਲਬ ਹੈਗਾ ਬਾਹਰਲੇ ਦੇਸ਼ ਦੀ ਸਰਕਾਰ ਦਾ ਕੋਈ ਪ੍ਰਤੀਨਿਧ ਜਾਂ ਕਰਮਚਾਰੀ, ਉਹ ਉੱਥੇ ਉਹਨਾਂ ਦੇ ਆਸ਼ਰਮ ਆਇਆ ਤੇ ਉਹਨਾਂ ਨੂੰ ਪੁੱਛਣ ਲੱਗਾ ਵੀ ਤੁਹਾਡੀ ਸੰਤਾਨ, ਤੁਹਾਡੇ ਬੱਚੇ, ਤੁਹਾਡੀ ਔਲਾਦ। ਤੇ ਬਾਬਾ ਜੀ ਨੇ ਸਹਿਜ ਸੁਭਾਅ, ਜਿਹਦਾ ਮਤਲਬ ਹੈ ਸੁਭਾਵਿਕ ਹੀ ਜਵਾਬ ਦੇ ਦਿੱਤਾ ਵੀ 300 ਹੈਗੇ ਨੇ। ਤੇ ਰਾਜਦੂਤ ਬੜਾ ਹੈਰਾਨ ਹੋਇਆ। ਉਹਨੇ ਦੁਬਾਰਾ ਪੁੱਛਿਆ ਤੇ ਫਿਰ ਬਾਬਾ ਜੀ ਨੇ ਸਕੂਲ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਵੀ ਉੱਥੇ ਹੈਗੇ ਨੇ ਮੇਰੇ 300 ਬੱਚੇ ਜੋ ਪੜ੍ਹਦੇ ਨੇ। ਠੀਕ ਹੈ ਬੱਚਿਓ। ਇੱਕ ਵਾਰ ਬਾਬਾ ਸੋਹਣ ਸਿੰਘ ਭਕਨਾ ਨੂੰ ਉਹਨਾਂ ਦੇ ਲਿਖੇ ਇੱਕ ਲੇਖ ਦੇ ਸੇਵਾ ਫਲ ਵਜੋਂ 300 ਰੁਪਏ ਮਿਲੇ। ਉਹਨਾਂ ਨੇ ਇਹਨਾਂ ਪੈਸਿਆਂ ਨਾਲ ਸਕੂਲ ਦੇ ਗਰੀਬ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਲੈ ਦਿੱਤੇ। ਇਸ ਤਰ੍ਹਾਂ ਉਹਨਾਂ ਨੂੰ ਜਿਹੜੀ ਆਮਦਨ ਹੁੰਦੀ ਸਕੂਲ ਦੇ ਬੱਚਿਆਂ ਲਈ ਖਰਚ ਕਰ ਦਿੱਤੀ ਜਾਂਦੀ। ਤੇ ਇੱਕ ਵਾਰ ਦੀ ਗੱਲ ਹੈ, ਉਹਨਾਂ ਨੂੰ ਲੇਖ ਲਿਖਣ ਦੇ ਪੱਖੋਂ ਸੇਵਾ ਫਲ ਮਿਲਿਆ। ਸੇਵਾ ਫਲ ਦਾ ਮਤਲਬ ਹੁੰਦਾ ਹੈ ਕੰਮ ਦੇ ਬਦਲੇ ਵਿੱਚ ਮਿਲਣ ਵਾਲੇ ਪੈਸੇ। ਤੇ ਉਹਨਾਂ ਨੇ ਉਹ ਪੈਸੇ ਸਾਰੇ ਗਰੀਬ ਬੱਚਿਆਂ ਦੀ ਵਰਦੀ, ਕੱਪੜੇ ਤੇ ਬੂਟ ਲੈਣ ਦੇ ਵਿੱਚ ਖਰਚ ਕਰ ਦਿੱਤੇ। ਤੇ ਉਹਨਾਂ ਨੂੰ ਜੋ ਵੀ ਆਮਦਨੀ ਹੁੰਦੀ ਉਹ ਸਾਰੀ ਬੱਚਿਆਂ ਤੇ ਹੀ ਖਰਚ ਕਰ ਦਿੰਦੇ। ਬਾਬਾ ਜੀ ਨੇ ਜਿਹੜਾ ਸਕੂਲ ਬਣਾਇਆ ਉਸ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਸਕੂਲ ਦੇ ਅਧਿਆਪਕ ਵੀ ਤੇ ਬੱਚੇ ਵੀ ਮਿਲ ਕੇ ਯਤਨ ਕਰਦੇ ਸਨ। ਇੱਕ ਵਾਰ ਲੋਹੜੀ ਦਾ ਦਿਨ ਸੀ। ਇਸ ਮੌਕੇ ਤੇ ਉਸ ਵੇਲੇ ਦੇ ਮੁੱਖ ਅਧਿਆਪਕ ਬੱਚਿਆਂ ਨੂੰ ਨਾਲ ਲੈ ਕੇ ਬਾਬਾ ਜੀ ਦੇ ਆਸ਼ਰਮ ਗਏ। ਬਾਬਾ ਜੀ ਨੇ ਮਾਤਾ ਜੀ ਨੂੰ ਪੁੱਛਿਆ, ਘਰ ਵਿੱਚ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵੱਧ ਚੰਗੀ ਲੱਗਦੀ ਹੈ? ਮਾਤਾ ਜੀ ਨੇ ਮੱਝ ਵੱਲ ਇਸ਼ਾਰਾ ਕੀਤਾ। ਬਾਬਾ ਜੀ ਕਹਿਣ ਲੱਗੇ, ਘਰ ਦੀ ਕਿਸੇ ਚੀਜ਼ ਨਾਲੋਂ ਸਕੂਲ ਕਿਤੇ ਚੰਗਾ ਹੁੰਦਾ ਹੈ ਜਿੱਥੇ ਬੱਚਿਆਂ ਦੀ ਜ਼ਿੰਦਗੀ ਬਣਦੀ ਹੈ। ਇਹ ਮੱਝ ਸਕੂਲ ਨੂੰ ਦਾਨ ਦੇ ਦਿਓ। ਮਾਤਾ ਜੀ ਨੇ ਮੱਝ ਕਿੱਲੇ ਤੋਂ ਖੋਲੀ ਤੇ ਲੋਹੜੀ ਮੰਗਣ ਵਾਲਿਆਂ ਨੂੰ ਫੜਾ ਦਿੱਤੀ। ਉਹਨਾਂ ਮੱਝ ਵੇਚ ਕੇ ਰਕਮ ਸਕੂਲ ਫੰਡ ਵਿੱਚ ਜਮ੍ਹਾਂ ਕਰ ਲਈ। ਇਸ ਤਰ੍ਹਾਂ ਬਾਬਾ ਜੀ ਹੀ ਨਹੀਂ, ਮਾਤਾ ਜੀ ਵੀ ਬੱਚਿਆਂ ਦੀ ਭਲਾਈ ਲਈ ਸਭ ਕੁਝ ਅਰਪਣ ਕਰਨ ਲਈ ਤਿਆਰ ਰਹਿੰਦੇ ਸਨ। ਤੇ ਇੱਕ ਵਾਰ ਦੀ ਗੱਲ ਹੈਗੀ ਹੈ ਵੀ ਉਸ ਵੇਲੇ ਦੇ ਸਕੂਲ ਦੇ ਜਿਹੜੇ ਅਧਿਆਪਕ ਸੀ, ਮੁੱਖ ਅਧਿਆਪਕ ਸੀ, ਉਹ ਬੱਚਿਆਂ ਨੂੰ ਲੈ ਕੇ ਬਾਬਾ ਜੀ ਦੇ ਆਸ਼ਰਮ ਗਏ। ਲੋਹੜੀ ਦਾ ਦਿਨ ਸੀ ਤੇ ਬਾਬਾ ਜੀ ਜਿਵੇਂ ਹਰ ਵੇਲੇ ਯਤਨ ਕਰਦੇ ਨੇ ਸਕੂਲ ਨੂੰ ਵਧੀਆ ਰੱਖਣ ਦੇ ਲਈ, ਉਵੇਂ ਹੀ ਉੱਥੇ ਦੇ ਬੱਚੇ ਵੀ ਤੇ ਅਧਿਆਪਕ ਵੀ ਪੂਰੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਤੇ ਬਾਬਾ ਜੀ ਨੇ ਮਾਤਾ ਜੀ ਨੂੰ ਪੁੱਛਿਆ ਵੀ ਤੁਹਾਨੂੰ ਸਭ ਤੋਂ ਅਜੀਜ਼ ਚੀਜ਼ ਕਿਹੜੀ ਹੈਗੀ ਹੈ, ਸਭ ਤੋਂ ਵਧੀਆ ਚੀਜ਼ ਕਿਹੜੀ ਹੈਗੀ ਹੈ, ਸਭ ਤੋਂ ਵੱਧ ਤੁਹਾਨੂੰ ਕਿਸ ਚੀਜ਼ ਦੇ ਨਾਲ ਪਿਆਰ ਹੈਗਾ ਇਸ ਘਰ ਦੇ ਵਿੱਚ? ਤੇ ਮਾਤਾ ਜੀ ਨੇ ਮੱਝ ਵੱਲ ਇਸ਼ਾਰਾ ਕੀਤਾ। ਤੇ ਬਾਬਾ ਜੀ ਕਹਿੰਦੇ ਵੀ ਕਿਸੇ ਚੀਜ਼ ਜੋ ਸਕੂਲ ਦੇ ਕੰਮ ਆ ਜਾਏ, ਜਿੱਥੇ ਬੱਚਿਆਂ ਦਾ ਭਵਿੱਖ ਬਣਦਾ ਹੈ, ਜ਼ਿੰਦਗੀ ਬਣਦੀ ਹੈ, ਉਸ ਤੋਂ ਵਧੀਆ ਗੱਲ ਹੋ ਹੀ ਨਹੀਂ ਸਕਦੀ। ਇਹ ਮੱਝ ਸਕੂਲ ਨੂੰ ਦਾਨ ਦੇ ਦਿਓ। ਤੇ ਮਾਤਾ ਜੀ ਨੇ ਮੱਝ ਕਿੱਲੇ ਤੋਂ ਖੋਲ ਕੇ ਲੋਹੜੀ ਮੰਗਣ ਵਾਲਿਆਂ ਨੂੰ ਫੜਾ ਦਿੱਤੀ ਤੇ ਜੋ ਵੀ ਵੇਚ ਕੇ ਉਹਨਾਂ ਨੂੰ ਪੈਸੇ ਮਿਲੇ ਉਹ ਉਹਨਾਂ ਦੇ ਸਕੂਲ ਨੂੰ ਅਰਪਣ ਕਰ ਦਿੱਤੇ, ਦਾਨ ਕਰ ਦਿੱਤੇ ਜਾਂ ਭੇਂਟ ਕਰ ਦੇਣਾ। ਇਸ ਤੋਂ ਪਤਾ ਚੱਲਦਾ ਹੈ ਵੀ ਮਾਤਾ ਜੀ ਵੀ ਕਦੇ ਪਿੱਛੇ ਨਹੀਂ ਹਟੇ। ਉਹਨਾਂ ਨੇ ਕਦੇ ਵੀ ਪਿੱਛੇ ਪੈਰ ਨਹੀਂ ਪੁੱਟੇ, ਹਮੇਸ਼ਾ ਬੱਚਿਆਂ ਦੀ ਮਦਦ ਕੀਤੀ ਤਾਂ ਜੋ ਉਹ ਪੜ੍ਹ ਲਿਖ ਕੇ ਵੱਡੇ ਚੰਗੇ ਇਨਸਾਨ ਬਣਨ। ਇੱਕ ਵਾਰ ਬਾਬਾ ਜੀ ਆਪਣੇ ਪੁਰਾਣੇ ਘਰ ਨੂੰ ਢਾਹ ਕੇ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਸਨ। ਇੱਕ ਦਿਨ ਉਹ ਪਿੰਡ ਦੇ ਮਿਸਤਰੀਆਂ ਨੂੰ ਲੈ ਕੇ ਗਾਰਡਰ ਆਦਿ ਲੈਣ ਲਈ ਸ਼ਹਿਰ ਚਲੇ ਗਏ। ਰਸਤੇ ਵਿੱਚ ਟੱਪਰੀ ਵਾਸਾਂ ਦੀਆਂ ਟੱਪਰੀਆਂ ਵੇਖ ਕੇ ਮਨ ਪੰਗਰ ਗਿਆ। ਸ਼ਹਿਰ ਤੋਂ ਗਾਰਡਰ ਦੀ ਥਾਂ ਬਾਂਸ ਅਤੇ ਸਿਰਖੀਆਂ ਲੈ ਕੇ ਮੁੜੇ। ਫਿਰ ਉਹ ਇਹਨਾਂ ਚੁਗੀਆਂ ਜਿਹੇ ਘਰ ਵਿੱਚ ਹੀ ਅੰਤਲੇ ਪਲਾਂ ਤੱਕ ਰਹੇ। ਕੋਈ ਪੁੱਛਦਾ ਤਾਂ ਕਹਿੰਦੇ ਮੇਰੇ ਦੇਸ਼ ਦੀ ਜਨਤਾ ਨੂੰ ਚੱਜ ਨਾਲ ਰਹਿਣ ਜੋਗੇ ਮਕਾਨ ਨਹੀਂ ਜੁੜੇ, ਫਿਰ ਮੇਰੀ ਦੇਸ਼ ਭਗਤੀ ਕਾਦੀ ਹੋਈ ਜੇਕਰ ਮੈਂ ਆਲੀਸ਼ਾਨ ਘਰਾਂ ਵਿੱਚ ਰਹਾ। ਤੇ ਇੱਕ ਵਾਰ ਦੀ ਗੱਲ ਹੈਗੀ ਹੈ, ਉਹਨਾਂ ਨੇ ਸੋਚਿਆ ਵੀ ਮੈਂ ਆਪਣਾ ਪੁਰਾਣਾ ਘਰ ਢਾਹ ਕੇ ਨਵਾਂ ਘਰ ਬਣਾ ਲੈਂਦਾ ਹਾਂ। ਤਾਂ ਉਹ ਮਿਸਤਰੀਆਂ ਨੂੰ ਲੈ ਕੇ, ਕੰਮ ਕਰਨ ਵਾਲਿਆਂ ਨੂੰ ਲੈ ਕੇ
ਸ਼ਹਿਰ ਚਲੇ ਗਏ ਗਾਰਡਰ ਲੈਣ ਲਈ, ਸਮਾਨ ਲੈਣ ਦੇ ਲਈ ਉਹ ਗਏ। ਗਾਰਡਰ ਦਾ ਮਤਲਬ ਹੁੰਦਾ ਹੈ ਲੋਹੇ ਦਾ ਜਾਂ ਫਿਰ ਸਟੀਲ ਦਾ ਸਮਾਨ। ਤੇ ਹੁਣ ਹੋਇਆ ਕਿ ਰਸਤੇ ਵਿੱਚ ਉਹਨਾਂ ਨੂੰ ਟੱਪਰੀ ਵਾਸੀ ਮਿਲੇ। ਟੱਪਰੀ ਵਾਸੀ ਹੁੰਦੇ ਨੇ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਰਹਿੰਦੇ ਨੇ, ਘੁੰਮਦੇ ਰਹਿੰਦੇ ਨੇ, ਕੋਈ ਪੱਕਾ ਰਹਿਣ ਠਿਕਾਣਾ ਨਹੀਂ ਹੁੰਦਾ ਉਹਨਾਂ ਦਾ। ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਮਨ ਭੰਗਰ ਗਿਆ, ਜਿਹਦਾ ਮਤਲਬ ਮਨ ਪਿਘਲ ਗਿਆ ਉਹਨਾਂ ਦਾ। ਤੇ ਉਹ ਗਾਰਡਰ ਦੀ ਥਾਂ ਤੇ ਬਾਂਸ ਤੇ ਇਹ ਜੀਆਂ ਸਿਰਕੀਆਂ ਲੈ ਮੁੜੇ ਤੇ ਉਹਨਾਂ ਨੇ ਝੁੱਗੀਆਂ ਜਿਹਾ ਘਰ ਆਪਣੇ ਲਈ ਬਣਾ ਲਿਆ ਜਿੱਥੇ ਉਹ ਅੰਤਿਮ ਸਮੇਂ ਤੱਕ ਰਹੇ। ਤੇ ਜਦ ਕੋਈ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਚੱਜ ਦੇ ਘਰ ਵਿੱਚ ਕਿਉਂ ਨਹੀਂ ਰਹਿੰਦੇ, ਤੇ ਉਹ ਕਹਿੰਦੇ ਵੀ ਮੇਰੇ ਦੇਸ਼ ਦੇ ਜਿਹੜੇ ਲੋਕ ਹੈਗੇ ਨੇ ਉਹ ਅਜਿਹੇ ਘਰਾਂ ਵਿੱਚ ਰਹਿੰਦੇ ਨੇ, ਉਹਨਾਂ ਨੂੰ ਰਹਿਣ ਲਈ ਵੀ ਘਰ ਹੈਗੇ ਨਹੀਂ। ਤੇ ਜੇ ਮੈਂ ਆਲੀਸ਼ਾਨ ਘਰਾਂ ਵਿੱਚ ਰਹਾਂਗਾ ਜਾਂ ਘਰ ਵਿੱਚ ਰਹਾਂਗਾ ਤਾਂ ਫਿਰ ਮੇਰੀ ਦੇਸ਼ ਭਗਤੀ ਕਿਹੋ ਜਿਹੀ ਹੋਏਗੀ, ਕਾਹਦੇ ਕੰਮ ਆਏਗੀ। ਉਹਨਾਂ ਵੱਲੋਂ ਲਾਏ ਇੱਕ ਆੜੂ ਦੇ ਬੂਟੇ ਨੂੰ ਇੱਕ ਵਾਰ ਇੱਕ ਆੜੂ ਲੱਗਾ। ਬੱਚਿਆਂ ਨੇ ਚਾਈ ਚਾਈ ਬਾਬਾ ਜੀ ਨੂੰ ਦੱਸਿਆ। ਉਸ ਆੜੂ ਉੱਤੇ ਕੱਪੜੇ ਦੀ ਪੋਟਲੀ ਜਿਹੀ ਚੜਵਾ ਦਿੱਤੀ ਗਈ। ਪੱਕ ਜਾਣ ਤੇ ਬਾਬਾ ਜੀ ਨੇ ਉਸ ਆੜੂ ਨੂੰ ਬੱਚਿਆਂ ਵਿੱਚ ਪੋਰਾ ਪੋਰਾ ਕਰਕੇ ਵੰਡਿਆ। ਇਸ ਸਾਂਝੀ ਵੰਡ ਵਿੱਚ ਬਾਬਾ ਜੀ ਤੇ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ। ਇੱਕ ਵਾਰ ਦੀ ਗੱਲ ਹੈ, ਬਾਬਾ ਜੀ ਨੇ ਇੱਕ ਆੜੂ ਦਾ ਬੂਟਾ ਲਾਇਆ ਸੀ ਤੇ ਉਹਦੇ ਤੇ ਜਦ ਆੜੂ ਲੱਗਿਆ ਤੇ ਬੱਚਿਆਂ ਨੇ ਚਾਈ ਚਾਈ ਦਾ ਭਾਵ ਹੈਗਾ ਖੁਸ਼ੀ ਖੁਸ਼ੀ ਆ ਕੇ ਬਾਬਾ ਜੀ ਨੂੰ ਦੱਸਿਆ। ਹੁਣ ਉਹਨਾਂ ਨੇ ਆੜੂ ਦੀ ਚੰਗੇ ਤਰੀਕੇ ਦੇ ਨਾਲ ਦੇਖਭਾਲ ਕੀਤੀ ਤਾਂ ਜੋ ਉਹਨੂੰ ਕੋਈ ਪੰਛੀ ਆ ਕੇ ਨਾ ਟੁੱਕ ਜਾਏ। ਤੇ ਜਦੋਂ ਆੜੂ ਪੱਕ ਗਿਆ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਬੱਚਿਆਂ ਦੇ ਵਿੱਚ ਪੋਰਾ ਪੋਰਾ ਕਰਕੇ ਵੰਡ ਦਿੱਤਾ। ਥੋੜਾ ਥੋੜਾ ਸਾਰੇ ਬੱਚਿਆਂ ਨੂੰ ਦੇ ਦਿੱਤਾ। ਤੇ ਇਸ ਸਾਂਝੀ ਵੰਡ ਵਿੱਚ ਬਾਬਾ ਜੀ ਤੇ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ। ਇਸ ਮਹਾਨ ਦੇਸ਼ ਭਗਤ ਦਾ ਜਨਮ ਪਿੰਡ ਪਕਨਾ ਵਿਖੇ ਜਨਵਰੀ 1870 ਈਸਵੀ ਨੂੰ ਹੋਇਆ। ਬੱਚਿਆਂ ਅਤੇ ਜਨਤਾ ਦਾ ਸੱਚਾ ਸੁੱਚਾ ਹਮਦਰਦ, ਬੜੀ ਸਿਹਤਮੰਦ ਤੇ ਲੰਬੀ ਉਮਰ ਭੋਗ ਕੇ 21 ਦਸੰਬਰ 1968 ਈਸਵੀ ਨੂੰ ਸਦਾ ਲਈ ਅੱਖਾਂ ਮੀਟ ਗਿਆ। ਤੇ ਇੱਥੇ ਦੱਸਿਆ ਗਿਆ ਹੈ ਵੀ ਉਹਨਾਂ ਦਾ ਜਨਮ ਪਿੰਡ ਪਕਨਾ ਵਿਖੇ ਹੋਇਆ ਤੇ ਉਹਨਾਂ ਨੇ ਆਪਣਾ ਪੂਰਾ ਜੀਵਨ ਬੱਚਿਆਂ ਤੇ ਜਨਤਾ ਦੀ ਸੱਚੀ ਸੇਵਾ ਕਰਨ ਦੇ ਵਿੱਚ ਲਾ ਦਿੱਤਾ। ਤੇ ਉਹਨਾਂ ਦਾ ਉਸ ਤੋਂ ਬਾਅਦ ਲੰਬੀ ਉਮਰ ਦੇ ਬਾਅਦ ਦੇਹਾਂਤ ਹੋ ਗਿਆ। ਅੱਗੇ ਚੱਲਦੇ ਹਾਂ ਬੱਚਿਓ। ਪਾਠ ਅਭਿਆਸ ਹੈਗਾ ਪੜੋ ਅਤੇ ਸਮਝੋ। ਆਸ਼ਰਮ, ਅਸਥਾਨ ਜਾਂ ਫਿਰ ਰਹਿਣ ਦਾ ਡੇਰਾ, ਮੋਹ ਪਿਆਰ, ਕਮਾਦ ਗੰਨਾ ਜਾਂ ਗੰਨੇ ਦੀ ਫਸਲ, ਸੰਤਾਨ औलाद बाल बच्चा, सेवा फल जीतो भाव है मेहनताना काम करन बदले मिले रुपए, आमदन कमाई मुनाफा, अर्पण पेटा या फिर दान, आलीशान शानदार, हमदर्द दुख वडाउन वाला, सेहतमंद आरोग या फिर राजी। दूजा सवाल, ठीक शब्द चुन के खाली थावा भरो। इथे शब्द हैगे ने अर्पण, मकान, दान, गन्ने, प्रदान। प्रदान ऊड़ा। बाबा जी गडर पार्टी दे पहले प्रधान सन। ਐੜਾ। ਸਾਰੇ ਬੱਚਿਆਂ ਨੂੰ ਕਮਾਦ ਦੇ ਖੇਤ ਵਿੱਚ ਜਾ ਕੇ ਡੈਸ਼ ਚੁੱਪਣ ਲਈ ਕਿਹਾ। ਗੰਨੇ ਈੜੀ, ਇਹ ਮੱਝ ਸਕੂਲ ਨੂੰ ਡੈਸ਼ ਦੇਣ ਲਈ ਖੋਲ ਦਿਓ। ਦਾਨ ਸੱਸਾ, ਮਾਤਾ ਜੀ ਵੀ ਬੱਚਿਆਂ ਦੀ ਭਲਾਈ ਲਈ ਸਭ ਕੁਝ ਡੈਸ਼ ਕਰਨ ਲਈ ਤਿਆਰ ਰਹਿੰਦੇ ਸਨ। अर्पण, हाहा मेरे देश की जनता नू चज नाल रहन जोगे डैश नहीं जुड़े। मकान। तीजा प्रश्न, हेठ लिखे प्रश्नों के उत्तर लिखो। बाबा सोहन सिंह पखना कौन सन? बाबा सोहन सिंह पखना
ਇੱਕ ਮਹਾਨ ਯੋਧਾ ਤੇ ਪ੍ਰਸਿੱਧ ਦੇਸ਼ ਭਗਤ ਸਨ। ਉਹ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ। ਜਾਂ ਤੁਸੀਂ ਲਿਖ ਸਕਦੇ ਹੋ ਬਾਬਾ ਸੋਹਣ ਸਿੰਘ ਭਕਨਾ ਪ੍ਰਸਿੱਧ ਦੇਸ਼ ਭਗਤ ਸਨ। ਆਪ ਅਮਰੀਕਾ ਵਿੱਚ ਭਾਰਤੀਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਬਣਾਈ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸਨ। ਆਪ 26 ਸਾਲ ਜੇਲ੍ਹ ਵਿੱਚ ਰਹੇ। ਆਪਾਂ ਦੋਵੇਂ ਲਿਖ ਲਾਂਗੇ। ਜਾਂ ਆਪਾਂ ਲਿਖ ਸਕਦੇ ਹਾਂ ਐੜਾ ਬਾਬਾ ਸੋਹਣ ਸਿੰਘ ਭਕਨਾ ਨੇ ਕਿਹੜਾ ਆਸ਼ਰਮ ਖੋਲਿਆ ਤੇ ਕਿਉਂ? ਬਾਬਾ ਸੋਹਣ ਸਿੰਘ ਭਕਨਾ ਜੀ ਨੇ ਦੇਸ਼ ਭਗਤਾਂ ਦੇ ਬੱਚਿਆਂ ਨੂੰ ਪਾਲਣ ਪੋਸ਼ਣ ਲਈ ਕੀਰਤੀ ਕਿਸਾਨ ਆਸ਼ਰਮ ਖੋਲਿਆ। ਈੜੀ ਰਾਜਦੂਤ ਨੇ ਬਾਬਾ ਜੀ ਤੋਂ ਕੀ ਪੁੱਛਿਆ ਤੇ ਬਾਬਾ ਜੀ ਨੇ ਕੀ ਉੱਤਰ ਦਿੱਤਾ? ਰਾਜਦੂਤ ਨੇ ਬਾਬਾ ਜੀ ਤੋਂ ਪੁੱਛਿਆ ਕਿ ਉਹਨਾਂ ਦੀ ਕਿੰਨੀ ਸੰਤਾਨ ਹੈ ਤਾਂ ਬਾਬਾ ਜੀ ਨੇ ਉੱਤਰ ਦਿੱਤਾ ਕਿ 300, ਕਿਉਂਕਿ ਉਹ ਸਕੂਲ ਵਿੱਚ ਪੜ੍ਹਦੇ ਸਾਰੇ ਬੱਚਿਆਂ ਨੂੰ ਆਪਣੀ ਸੰਤਾਨ ਸਮਝਦੇ ਸਨ।
ਸੱਸਾ, ਬਾਬਾ ਜੀ ਨੇ ਲੇਖ ਦੇ ਸੇਵਾ ਫਲ ਦੇ ਪੈਸੇ ਕਿੱਥੇ ਖਰਚ ਕੀਤੇ? ਬਾਬਾ ਜੀ ਨੇ ਲੇਖ ਦੇ ਸੇਵਾ ਫਲ ਦੇ ਪੈਸਿਆਂ ਨਾਲ ਸਕੂਲ ਦੇ ਗਰੀਬ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਲੈ ਕੇ ਦਿੱਤੇ। ਹਾਂ ਹਾਂ, ਲੋਹੜੀ ਦੇ ਮੌਕੇ ਤੇ ਮੱਝ ਦਾਨ ਕਰਨ ਸਮੇਂ ਬਾਬਾ ਜੀ ਨੇ ਮਾਤਾ ਜੀ ਨੂੰ ਕੀ ਕਿਹਾ? ਬਾਬਾ ਜੀ ਨੇ ਕਿਹਾ ਕਿ ਘਰ ਦੀ ਕਿਸੇ ਚੀਜ਼ ਨਾਲੋਂ ਸਕੂਲ ਕਿਤੇ ਚੰਗਾ ਹੁੰਦਾ ਹੈ ਜਿੱਥੇ ਬੱਚਿਆਂ ਦੀ ਜ਼ਿੰਦਗੀ ਬਣਦੀ ਹੈ। ਕੱਕਾ, ਅੰਤਲੇ ਪਲਾਂ ਤੱਕ ਬਾਬਾ ਜੀ ਝੁੱਗੀਆਂ ਜਿਹੇ ਘਰ ਵਿੱਚ ਹੀ ਕਿਉਂ ਰਹੇ? ਕਿਉਂਕਿ ਉਹ ਸੋਚਦੇ ਸਨ ਕਿ ਜਦ ਦੇਸ਼ ਦੀ ਜਨਤਾ ਨੂੰ ਚੱਜ ਨਾਲ ਰਹਿਣ ਜੋਗੇ ਮਕਾਨ ਨਹੀਂ ਜੁੜੇ ਤੇ ਉਹਨਾਂ ਦੀ ਦੇਸ਼ ਭਗਤੀ ਕਾਦੀ ਹੋਈ ਜੇ ਉਹ ਆਲੀਸ਼ਾਨ ਘਰਾਂ ਵਿੱਚ ਰਹਿਣ। ਕਿਉਂਕਿ ਅੱਗੇ ਤੁਸੀਂ ਆ ਲਿਖ ਸਕਦੇ ਹੋ, ਅੰਤਲੇ ਪਲਾਂ ਤੱਕ ਬਾਬਾ ਜੀ ਝੁੱਗੀਆਂ ਜਿਹੇ ਘਰ ਵਿੱਚ ਇਸ ਲਈ ਰਹੇ ਖੱਖਾ, ਬਾਬਾ ਜੀ ਅਤੇ ਬੱਚਿਆਂ ਨੂੰ ਕਿਹੜੀ ਸਾਂਝੀ ਵੰਡ ਕਰਕੇ ਖੁਸ਼ੀ ਹੋਈ? ਆੜੂ ਦੀ ਸਾਂਝੀ ਵੰਡ ਕਰਕੇ ਬਾਬਾ ਜੀ ਅਤੇ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ। ਚੌਥਾ ਪ੍ਰਸ਼ਨ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਊੜਾ, ਦੇਸ਼ ਭਗਤ, ਜਿਹਦਾ ਮਤਲਬ ਹੈਗਾ ਦੇਸ਼ ਨੂੰ ਪਿਆਰ ਕਰਨ ਵਾਲਾ। ਆਪਾਂ ਲਿਖ ਸਕਦੇ ਹਾਂ, ਸ਼ਹੀਦ ਭਗਤ ਸਿੰਘ ਪ੍ਰਸਿੱਧ ਦੇਸ਼ ਭਗਤ ਸੀ ਜਾਂ ਬਾਬਾ ਸੋਹਣ ਸਿੰਘ ਭਕਨਾ ਜੀ ਇੱਕ ਮਹਾਨ ਦੇਸ਼ ਭਗਤ ਸਨ।
ਐੜਾ ਗਦਰ ਪਾਰਟੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਗਦਰ ਪਾਰਟੀ ਬਣਾਈ ਗਈ। ਈਡੀ ਮੁੱਖ ਅਧਿਆਪਕ ਜਿਹਦਾ ਮਤਲਬ ਹੈ ਸਕੂਲ ਦਾ ਸਭ ਤੋਂ ਵੱਡਾ ਅਧਿਆਪਕ। ਆਪਾਂ ਲਿਖ ਸਕਦੇ ਹਾਂ ਸਾਡੇ ਮੁੱਖ ਅਧਿਆਪਕ ਬੜੇ ਚੰਗੇ ਹਨ ਜਾਂ ਸਾਡੇ ਸਕੂਲ ਦੇ ਮੁੱਖ ਅਧਿਆਪਕ, ਉਹਨਾਂ ਦਾ ਨਾਮ ਵੀ ਲਿਖ ਸਕਦੇ ਹੋ ਤੁਸੀਂ। ਸੱਸਾ ਸਕੂਲ ਫੰਡ ਜਿਹਦਾ ਮਤਲਬ ਹੈਗਾ ਸਕੂਲ ਦੇ ਕੰਮ ਆਉਣ ਵਾਲਾ ਪੈਸਾ। ਦਾਨੀ ਸੱਜਣਾ ਨੇ ਸਕੂਲ ਦੇ ਵਿਕਾਸ ਲਈ ਸਕੂਲ ਫੰਡ ਦਿੱਤਾ। ਬੱਚਿਓ ਇੱਥੇ ਆਏਗਾ ਹਾ। ਸਾਂਝੀ ਵੰਡ ਜਿਹਦਾ ਮਤਲਬ ਹੈ ਸਾਂਝਾ ਵੰਡਣ ਦਾ ਕੰਮ, ਰਲ ਮਿਲ ਕੇ ਖਾਣ ਵਾਲੀ ਚੀਜ਼। ਸਾਂਝੀ ਵੰਡ ਵਿੱਚ ਮੇਰੇ ਪਿਤਾ ਜੀ ਨੂੰ ਇਹ ਘਰ ਮਿਲਿਆ। ਜਾਂ ਆਪਾਂ ਲਿਖ ਸਕਦੇ ਹਾਂ ਬਾਬਾ ਜੀ ਨੇ ਸਾਂਝੀ ਵੰਡ ਕਰਦਿਆਂ ਇੱਕੋ ਆੜੂ ਬੋਰਾ ਬੋਰਾ ਕਰਕੇ ਸਾਰੇ ਬੱਚਿਆਂ ਵਿੱਚ ਵੰਡ ਦਿੱਤਾ। ਕੱਕਾ ਸੇਵਾ ਫਲ ਜਿਹਦਾ ਮਤਲਬ ਹੈ ਸੇਵਾ ਕਰਨ ਦੇ ਬਦਲੇ ਪੈਸੇ ਆਦਿ ਮਿਲਣਾ। ਆਪਾਂ ਲਿਖ ਸਕਦੇ ਹਾਂ ਸੇਵਾ ਫਲ ਸੋਚੇ ਬਿਨਾ ਸਾਨੂੰ ਕੰਮ ਕਰਨਾ ਚਾਹੀਦਾ ਹੈ। ਪੰਜਵਾਂ ਪ੍ਰਸ਼ਨ, ਇਸ ਪਾਠ ਵਿੱਚ ਹੇਠ ਲਿਖੇ ਸ਼ਬਦ ਆਏ ਹਨ, ਇਹਨਾਂ ਨੂੰ ਸਮਝੋ। ਪਹਿਲਾ, ਗਦਰ ਪਾਰਟੀ ਭਾਰਤ ਤੋਂ ਬਾਹਰ ਰਹਿਣ ਵਾਲੇ ਹਿੰਦੁਸਤਾਨੀ ਦੇਸ਼ ਭਗਤਾਂ ਦੀ ਇੱਕ ਜਮਾਤ ਜਿਸ ਦਾ ਕੰਮ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣਾ ਸੀ। ਦੂਜਾ ਹੈਗਾ ਰਾਜਦੂਤ, ਕਿਸੇ ਰਾਜ ਜਾਂ ਸਰਕਾਰ ਵੱਲੋਂ ਕਿਸੇ ਹੋਰ ਰਾਜ ਜਾਂ ਸਰਕਾਰ ਵੱਲ ਕਿਸੇ ਵਿਸ਼ੇਸ਼ ਮਨੋਰਥ ਲਈ ਭੇਜਿਆ ਗਿਆ ਸਥਾਈ ਪ੍ਰਤੀਨਿਧ ਜਾਂ ਫਿਰ ਦੂਤ। ਸਿਰਕੀਆਂ, ਕਾਨੇ ਦੀਆਂ ਤਿਲਾਂ ਨੂੰ ਨਾਲ ਰੱਖ ਕੇ ਤੇ ਵਿੱਚੋਂ ਦੀ ਰੱਸੀ ਲੰਗਾ ਕੇ ਬਣਾਇਆ ਤਰੱਡਾ ਜੋ ਛੱਤਾਂ ਤੇ ਪੈਂਦਾ ਹੈ, ਜਾਂ ਬੂਹੇ ਜਾਂ ਬਾਰੀਆਂ ਅੱਗੇ ਲਟਕਣ ਵਾਲੀ ਛਿੱਕ। ਤੁਹਾਨੂੰ ਪਤਾ ਹੋਏਗਾ ਬੱਚਿਓ ਬਾਰੀਆਂ ਤੇ ਇੱਕ ਅਜਿਹਾ ਭੂਰੇ ਜਿਹੇ ਰੰਗ ਦਾ ਹੁੰਦਾ ਹੈ, ਵਿੱਚ ਰੱਸੀ ਹੁੰਦੀ ਹੈ,
ਤੁਸੀਂ ਇਹਨੂੰ ਵਾਪਸ ਉੱਤੇ ਵੀ ਕਰ ਸਕਦੇ ਹੋ ਤੇ ਲਟਕਾ ਵੀ ਸਕਦੇ ਹੋ। ਇਹ ਬਾਰੀਆਂ ਤੇ ਵੀ ਹੁੰਦਾ ਹੈ ਤੇ ਬੂਹੇ ਤੇ ਵੀ ਹੁੰਦਾ ਹੈ। 6ਵਾਂ, ਅਧਿਆਪਕ ਨਿਯਮਤ ਲਿਖਿਤ ਵਾਕ ਬੋਲ ਕੇ ਵਿਦਿਆਰਥੀਆਂ ਨੂੰ ਲਿਖਣ ਲਈ ਕਹਿਣ। ਬੱਚਿਓ, ਇਹ ਵਾਕ ਤੁਸੀਂ ਆਪਣੀ ਕਾਪੀ ਉੱਪਰ ਲਿਖਣੇ ਹਨ। ਸਕੂਲ ਵਿੱਚ ਸਾਰੇ ਰਲ ਕੇ ਕੰਮ ਕਰਦੇ ਸਨ। ਬਾਬਾ ਜੀ ਨੇ ਪਿੰਡ ਵਿੱਚ ਸਕੂਲ ਦੀ ਉਸਾਰੀ ਕਰਵਾਈ। ਰਾਜਦੂਤ ਬੜਾ ਹੈਰਾਨ ਹੋਇਆ। ਸਕੂਲ ਵਿੱਚ ਬੱਚਿਆਂ ਦੀ ਜ਼ਿੰਦਗੀ ਬਣਦੀ ਹੈ। ਸਾਂਝੀ ਵੰਡ ਤੋਂ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ। 7ਵਾਂ ਪ੍ਰਸ਼ਨ, ਬਾਬਾ ਸੋਹਣ ਸਿੰਘ ਭਕਨਾ ਦੇ ਜੀਵਨ ਨਾਲ ਸੰਬੰਧਿਤ ਗੱਲਾਂ ਹੇਠਾਂ ਦਿੱਤੇ ਗੋਲ ਚੱਕਰਾਂ ਵਿੱਚ ਲਿਖੋ। ਇੱਥੇ ਲਿਖਿਆ ਬਾਬਾ ਸੋਹਣ ਸਿੰਘ ਭਕਨਾ। ਆਪਾਂ ਲਿਖ ਸਕਦੇ ਹਾਂ ਦੇਸ਼ ਭਗਤ, ਗਦਰ ਪਾਰਟੀ ਦੇ ਪਹਿਲੇ ਪ੍ਰਧਾਨ, ਕਿਰਤੀ ਕਿਸਾਨ ਆਸ਼ਰਮ, ਬੱਚਿਆਂ ਨਾਲ ਪ੍ਰੇਮ, ਜਾਂ ਤੁਸੀਂ ਲਿਖ ਸਕਦੇ ਹੋ ਪਿਆਰ, ਸਕੂਲ ਦੀ ਉਸਾਰੀ ਕਰਵਾਈ, ਤੇ ਨਾਲ ਦੀ ਨਾਲ ਸਾਦਾ ਜੀਵਨ। ਤੇ ਹੋਰ ਗੱਲਾਂ ਵੀ ਲਿਖ ਸਕਦੇ ਹੋ, ਜਿਵੇਂ ਕਿ ਸਕੂਲ ਲਈ ਸੇਵਾ ਫਲ ਤੇ ਮੱਝਦਾਨ, ਜਾਂ ਫਿਰ ਰਾਜਦੂਤ ਦਾ ਉਹਨਾਂ ਦੀ ਸੰਤਾਨ ਬਾਰੇ ਪ੍ਰਸ਼ਨ। ਸੱਤਵਾਂ ਪ੍ਰਸ਼ਨ, ਹੇਠ ਦਿੱਤੇ ਵਿਸ਼ੇ ਤੇ ਲੇਖ ਲਿਖੋ। ਠੰਡ ਦਾ ਇੱਕ ਦਿਨ। ਆਪਾਂ ਲਿਖ ਸਕਦੇ ਹਾਂ 25 ਦਸੰਬਰ ਦਾ ਦਿਨ ਸੀ। ਸਵੇਰ ਤੋਂ ਹੀ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ। ਸੜਕਾਂ ਦੀ ਆਵਾਜਾਈ ਜੂੰ ਦੀ ਤੋਂ ਚੱਲ ਰਹੀ ਸੀ। ਲੋਕ ਠੰਡ ਤੋਂ ਬਚਣ ਲਈ ਅੱਗ ਬਾਲ ਕੇ ਬੈਠੇ ਸਨ। ਬਾਜ਼ਾਰਾਂ ਵਿੱਚ ਰੌਣਕ ਲਗਭਗ ਨਾ ਦੇ ਬਰਾਬਰ ਸੀ। ਪਹਾੜਾਂ ਤੇ ਖੂਬ ਬਰਫ਼ਬਾਰੀ ਹੋਈ ਸੀ। ਲੋਕਾਂ ਨੇ ਗਰਮ ਕੱਪੜੇ ਤੇ ਲੂਈਆਂ ਖੇਸ ਲਏ ਹੋਏ ਸਨ। ਜੀਵ ਜੰਤੂ ਠੁਰ ਠੁਰ ਕਰ ਰਹੇ ਸਨ। ਠੰਡ ਤੋਂ ਬਚਣ ਲਈ ਲੋਕ ਚਾਹ ਕੌਫੀ ਪੀ ਰਹੇ ਸਨ। ਇੰਜ ਲੱਗਦਾ ਸੀ ਜਿਵੇਂ ਜ਼ਿੰਦਗੀ ਠਹਿਰ ਗਈ ਹੋਵੇ। ਆਓ ਹੁਣ ਇਹਨੂੰ ਲਿਖ ਲਈਏ।
ਇਹ ਸੀ ਅੱਜ ਦੀ ਕਲਾਸ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ। ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।